हज़ारों मील पर मुश्तमिल सफ़र के आगाज़ के लिए महज एक कदम दरकार है। कन्फ्यूशस। औसत दर्जे की सलाहियत का मालिक एक शख्स एक ऐसे साकन समंदर, एक नामालूम बर्र-ए-आज़म और मौक़े से भरपूर एक ऐसी दुनिया के मानिंद है जो किसी अज़ीम मकसद के हसूल के ज़रिए बनने की मुंतज़िर है। ब्रायन ट्रेसी। अस्सलाम वालेकुम व्यूअर्स, कैसे हैं आप? उम्मीद है सब खैरियत से होंगे। आज मेरे दिल में ख़्याल है कि मैं आपके साथ ज़रूर शेयर करूं कि ये जो हमारी नौजवान नस्ल है, इसको कुछ भी समझ नहीं आ रहा है। घर में बच्चियां भी, बच्चे भी घरों में पढ़े लिखे बैठे हुए हैं, उनको कुछ पता ही नहीं, कुछ भी उन्हें समझ नहीं आता कि हमें क्या करना चाहिए, किधर जाना चाहिए। घरों में इतनी गुर्बत है। ये कोरोना की वजह से भी बहुत गुर्बत है। इनको ना समझ नहीं आती यार, बच्चों ਨੂੰ ਕਿਹੜੇ ਪਾਸੇ ਬੰਦਾ ਲੈ ਜਾਵੇ। ਜਿਹੜੇ ਬੱਚੇ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ, ਉਹਨਾਂ ਨੂੰ ਤਾਂ ਉਹ ਤਾਂ ਉਸਰੇ ਹੀ ਪਾਗਲ ਹੋਏ ਨੇ ਨਾ, ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆਉਂਦੀ ਕਿਸੇ ਗੱਲ ਦੀ। ਉਹਨਾਂ ਨੂੰ ਤਾਂ ਬਿਲਕੁਲ ਹੀ ਸਮਝ ਨਹੀਂ ਆਉਂਦੀ ਨਾ, ਉਹਨਾਂ ਦਾ ਕਿਤਾਬਾਂ ਤੋਂ ਹੀ ਵੇਲ ਕੋਈ ਨਹੀਂਗਾ। ਪੜ੍ਹਾ ਇਹਨਾਂ ਪਾਗਲਸਤਾਨੀਆਂ ਨੇ ਤੇ ਮਾਸਟਰਾਂ ਨੇ ਮਾਰ ਸੁੱਟੇ ਕਸਮ ਨਾਲ ਨਿਆਣੇ। ਬੱਚਿਆਂ ਨੂੰ ਸਮਝ ਹੀ ਕੋਈ ਨਹੀਂ ਆਉਂਦੀ। ਜਿੰਨੀ ਦੇਰ ਨੂੰ ਉਹਨਾਂ ਨੇ ਪੜ੍ਹ ਕੇ ਯੂਨੀਵਰਸਿਟੀ ਤੋਂ ਫਾਰਗ ਹੋਣਾ, ਉਹਨਾਂ ਚਿਰ ਨੂੰ ਉਹਨਾਂ ਦੇ ਮਾਈਂਡ ਲੈਵਲ ਹੀ ਹੋ ਜਾਂਦਾ ਜੋਬ ਵਾਲਾ, ਤੇ ਉਹ ਕੁਛ ਵੀ ਨਹੀਂ ਕਰ ਸਕਦੇ। ਵਿਚਾਰੇ ਜੋਬ ਕਰਨ ਵਾਲੇ ਵੀ ਨਹੀਂ ਰਹਿੰਦੇ। ਫਿਰ ਪਤਾ ਲੱਗ ਜਾਏ ਜੀ ਇਸ ਫੀਲਡ 'ਚ ਤਾਂ ਜੋਬ ਹੀ ਨਹੀਂ ਮਿਲਦੀ। ਉਹ ਕਿੱਥੇ ਜਾਣ ਬੱਚੇ? ਜਿਹੜੀ ਸਾਡੀਆਂ ਮੂੰਹ ਜ਼ੋਰ ਘੋੜੇ ਦੀ ਇੱਕ ਫੌਜ ਤਿਆਰ ਆ ਪੂਰੀ, ਪਤਾ ਨਹੀਂ ਕਿੰਨੇ ਲੱਖਾਂ ਬੱਚੇ ਨੇਗੇ, ਬੱਚੀਆਂ ਨੇ ਕਿ ਜਿਹੜੇ ਪੜ੍ਹੇ ਲਿਖੇ ਨੇਗੇ, ਜਿਹੜੇ ਘਰਾਂ ਵਿੱਚ ਬੈਠੇ ਹੋਏ ਨੇ। ਆਖਰ ਕੋਈ ਤਾਂ ਉਹਨਾਂ ਨੂੰ ਗਾਈਡ ਕਰਨ ਵਾਲਾ ਹੋਵੇ ਨਾ, ਕਿ ਯਾਰ ਤੁਸੀਂ ਆਹ ਕਰ ਸਕਦੇ ਜੋ ਜੀ। ਇਹ ਬੜੇ ਆਰਾਮ ਨਾਲ ਕਹਿ ਦਿੱਤਾ ਜਾਂਦਾ ਕਿ ਆਪਣੀ ਸਲਾਹੀਅਤਾਂ ਬੇਦਾਰ ਕਰੋ। ਆ ਕਿੱਥੇ ਬੇਦਾਰ ਕਰਨ ਸਲਾਹੀਅਤਾਂ? ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰ ਸਕਦੇ ਹਾਂ। ਕੁਛ ਉਹਨਾਂ ਨੂੰ ਕੋਈ ਦੱਸਣ ਵਾਲੇ ਮੌਜੂਦ ਨਹੀਂ ਹੈ। ਤੁਸੀਂ ਆਹ ਕਰ ਲਓ, ਤੁਸੀਂ ਆਹ ਕਰ ਲਓ। ਇੰਟਰਨੈਟ 'ਤੇ ਹਜ਼ਾਰਾਂ ਲੋਕ ਬੈਠੇ ਨੇ ਜਿਹੜੇ ਉਹਨਾਂ ਨੂੰ ਲੁੱਟਣ ਵਾਸਤੇ ਨੇ, ਤਿਆਰ ਨੇ ਇੱਕਦਮ। ਜਿਹੜੇ ਔਨਲਾਈਨ ਅਰਨਿੰਗ ਨੇ ਦਿਨ ਰਾਤ ਦਿਮਾਗ ਖ਼ਰਾਬ ਕੀਤਾ ਹੋਇਆ। ਲੇਕਿਨ ਇੱਕ ਵੀ ਬੰਦਾ ਉੱਠ ਕੇ ਨਹੀਂ ਕਹਿ ਸਕਦਾ ਕਿ ਮੈਂ ਫਲਾਣੀ ਜਗ੍ਹਾ 'ਤੇ ਫਲਾਣੀ ਵੈੱਬਸਾਈਟ 'ਤੇ ਅਰਨਿੰਗ ਕਰਨ ਡਿਆ। ਕੋਈ ਅੱਗਾ ਪਿੱਛਾ ਹੀ ਨਹੀਂ ਕਿਸੇ ਦਾ ਵੀ ਹੈ। ਅਤੇ ਜਿਹੜੇ ਕੋਲ ਕੰਮ ਹੈ ਨੇ ਉਹ ਜੀ ਬਿਜ਼ਨਸ ਆ, ਅਤੇ ਉਹ ਬਿਜ਼ਨਸ 'ਤੇ ਪੈਸੇ ਖਾਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ ਗਾ। ਬਿਜ਼ਨਸ ਤਾਂ ਸ਼ੈ ਹੀ ਐਸੀ ਹੁੰਦੀ ਕਿ ਪਹਿਲਾਂ ਉਹਦੇ 'ਚ ਇਨਵੈਸਟ ਕਰੀ ਜਾਓ, ਫਿਰ ਉਹ ਕਿਤੇ ਜਾ ਕੇ ਪੈਸੇ ਦੇਣ ਦੇ ਕਾਬਿਲ ਹੁੰਦਾ। ਉਹ ਵੀ ਪਤਾ ਨਹੀਂ ਕਦੋਂ ਹੁੰਦਾ, ਕੋਈ ਪਤਾ ਨਹੀਂ। ਅਤੇ ਕਿੱਥੇ ਜਾਣ ਲੋਕ ਵਿਚਾਰੇ? ਕੋਈ ਦੱਸਣ ਵਾਲਾ ਤਾਂ ਹੋਵੇ, ਕੋਈ ਤਾਂ ਇਸ ਫੌਜ ਨੂੰ ਹੈਂਡਲ ਕਰਨ ਵਾਲਾ ਹੋਏ। ਕੋਈ ਤਾਂ ਬੰਦਾ ਐਸਾ ਉੱਠੇ ਜਿਹੜਾ ਆਖੇ ਕਿ ਹਾਂ ਮੈਂ ਇਹਨਾਂ ਨੂੰ ਗਾਈਡ ਕਰਦਾ ਵਾਂ। ਤੁਸੀਂ ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦਾ ਵਾ, ਉਹ ਆਪਣੀ ਪੂਰੀ ਟੀਮ ਤਿਆਰ ਕਰੇ ਅਤੇ ਇਸ ਫੌਜ ਨੂੰ ਇੱਕ ਪਾਸੇ ਲੈ ਜਾਏ। ਇੱਕ ਤੂਫਾਨ ਬਰਪਾ ਵਾ ਘਰਾਂ ਵਿੱਚ, ਬਾਹਰ ਜੋਬ ਨਹੀਂ ਮਿਲਦੀ ਕਿਤੇ ਵੀ। ਇਹ ਵਿਚਾਰੇ ਕੀ ਕਰਨ? ਇਹ ਇੱਕ ਪੂਰਾ ਇੱਕ ਮਾਸ਼ਰਾ ਵਾ ਇਹਨਾਂ ਦੀ ਵਜ੍ਹਾ ਤੋਂ ਪਰੇਸ਼ਾਨ ਆ। ਇਹ ਆਪ ਆਪਣੀ ਵਜ੍ਹਾ ਤੋਂ ਪਰੇਸ਼ਾਨ ਨੇ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ, ਉਹ ਕਿਹੜੇ ਪਾਸੇ ਜਾਣ, ਕਿੱਥੋਂ ਅਰਨਿੰਗ ਕਰਨ, ਕਿੱਥੋਂ ਕਮਾਈ ਕਰਨ, ਪੜ੍ਹਨ ਕੀ ਕਰਨ। ਇਹ ਤਾਂ ਪੜ੍ਹਾਈ ਨੇ ਤਾਂ ਦਿਮਾਗ ਖ਼ਰਾਬ ਕੀਤਾ ਹੋਇਆ ਜੀ। ਪੜ੍ਹ ਲਓ। ਮਾਂ ਪਿਓ ਨੇ ਵੱਖਰਾ ਖ਼ਰਾਬ ਕੀਤਾ ਹੋਇਆ ਜੀ ਕਿ ਪੜ੍ਹ ਲਓਗੇ ਅਤੇ ਚਲੋ ਜੀ ਕੁੜੀ ਚੰਗੀ ਲੱਭ ਜਾਏਗੀ। ਅਤੇ ਕੁੜੀ ਨੂੰ ਕਿਹਾ ਜਾਂਦਾ ਵਾ ਕਿ ਅਸੀਂ ਤਾਂ ਪੜ੍ਹਾਉਣ ਡਏ ਹਾਂ ਕਿ ਜੀ ਮੁੰਡਾ ਚੰਗਾ ਲੱਭ ਜਾਏਗਾ। ਕੀ ਕਰਨਾ ਚੰਗੇ ਨੂੰ? ਕਮਾਈ ਤਾਂ ਟਕੇ ਦੀ ਨਹੀਂ ਗੀ। ਅਤੇ ਪਲੀਜ਼ ਮੇਰੀ ਆਵਾਜ਼ ਫਿਲਹਾਲ ਤਾਂ ਕਿਤੇ ਤੱਕ ਨਹੀਂ ਜਾਣ ਦੀ। ਸ਼ਾਇਦ ਕਦੀ ਕਿਤੇ ਪਹੁੰਚੇ ਅਤੇ ਮੈਂ ਸ਼ਾਇਦ ਉਹਨਾਂ ਚਿਰ ਨੂੰ ਹਾਲਾਤ ਬਦਲ ਜਾਣ। ਅਤੇ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਐਜ਼ ਏ ਪੇਰੈਂਟਸ। ਅਸੀਂ ਤਾਂ ਬਸ ਦੁਹਾਈ ਦੇਣ ਡਏ ਹਾਂ ਕਿ ਯੂਨੀਵਰਸਿਟੀ ਵਾਲੇ ਜਾਂ ਕਾਲਜ ਵਾਲੇ, ਸਕੂਲਾਂ ਵਾਲਿਆਂ ਨੇ ਤੰਗ ਕੀਤਾ ਹੋਇਆ। ਪਲੀਜ਼ ਇਹਦੇ 'ਤੇ ਵੀ ਤਾਂ ਗੌਰਮੈਂਟ ਨੂੰ ਗੌਰ ਫਿਕਰ ਕਰਨੀ ਚਾਹੀਦੀ ਆ ਨਾ। ਗੌਰਮੈਂਟ ਨਹੀਂ ਕਰ ਸਕਦੀ ਯਾਰ। ਅਸੀਂ ਸਾਰਾ ਮੁੱਦਾ ਪਾ ਦਿੰਦੇ ਗੌਰਮੈਂਟ 'ਤੇ, ਅਤੇ ਸਾਨੂੰ ਚਾਹੀਦਾ ਕਿ ਅਸੀਂ ਆਪ ਇਹਦੇ 'ਤੇ ਗੌਰ ਫਿਕਰ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੇ ਪਾਸੇ ਲਿਜਾਉਣਾ। ਕਿ ਚਲੋ ਬਿਜ਼ਨਸ ਤਾਂ ਚਲੋ ਠੀਕ ਆ, ਹੋਣਾ ਚਾਹੀਦਾ। ਮੈਂ ਵੀ ਮੰਨਦੀ ਹਾਂ ਕਿ ਹੋਣਾ ਚਾਹੀਦਾ ਬਿਜ਼ਨਸ,
ਲੇਕਿਨ ਬਿਜ਼ਨਸ ਤੋਂ ਪਹਿਲਾਂ ਢਿੱਡ 'ਚ ਵੀ ਤਾਂ ਫਿਰ ਰੋਟੀ ਹੋਣੀ ਚਾਹੀਦੀ ਆ ਕਿ ਨਹੀਂ। ਖਾਣ ਵਾਸਤੇ ਸਾਡੇ ਕੋਲ ਰੋਟੀ ਨਹੀਂ ਹੈ। ਸਾਡੀ ਨੌਜਵਾਨ ਨਸਲ ਕਿੱਧਰ ਨੂੰ ਤੁਰੀ ਜਾਣ ਡਈ ਹੈ। ਪਹਿਲਾਂ ਉਹ ਕਿਸੇ ਪਾਸੇ ਸੈਟਲ ਤੇ ਹੋਣ, ਕਿੱਧਰ ਨੂੰ ਤੁਰੇ ਜਾਣ ਵਿਚਾਰੇ। ਔਨਲਾਈਨ ਅਰਨਿੰਗ ਜਿਹੜੀ ਉਹ ਵੀ ਇੱਕ ਬਿਜ਼ਨਸ ਤਰ੍ਹਾਂ ਕਿ ਬਿਜ਼ਨਸ ਵਾਸਤੇ ਬਸ ਤੁਸੀਂ ਉਹਦੇ 'ਤੇ ਟਾਈਮ ਸਪੈਂਡ ਕਰਨਾ ਜਾਂ ਥੋੜ੍ਹਾ ਬਹੁਤਾ ਪੈਸਾ ਸਪੈਂਡ ਕਰਨਾ ਵਾ ਅਤੇ ਜੀ ਤੁਸੀਂ ਉੱਥੇ ਕੰਮ ਕਰੋ। ਉੱਥੇ ਵਿਚਾਰੇ ਜਾਂਦੇ ਆ, ਉੱਥੋਂ ਵਾਪਸ ਆ ਜਾਂਦੇ ਆ, ਜਾਂ ਇੰਨੀਆਂ ਕੁ ਠੋਕਰਾਂ ਖਾਂਦੇ ਨੇ ਕਿ ਉਹ ਕਰਨ ਦੇ ਕਾਬਿਲ ਹੀ ਨਹੀਂ ਰਹਿੰਦੇ। ਅਤੇ ਫਿਰ ਉਹਨਾਂ ਦਾ ਯਕੀਨ ਇੰਨਾ ਖਰਾਬ ਹੋ ਜਾਂਦਾ, ਡਗਮਗਾ ਜਾਂਦਾ। ਜ਼ਾਹਿਰੀ ਗੱਲ ਆ ਕਿ ਇੱਕ ਦਫਾ, 2 ਦਫਾ, 10 ਦਫਾ ਸੱਟਾਂ ਖਾਣਗੇ ਅਤੇ 11ਵੀਂ ਦਫਾ ਉਹ ਕੰਮ ਨਹੀਂ ਕਰਨ ਲੱਗੇ। ਇਹ ਤਾਂ ਫਿਰ ਉੱਥੋਂ ਬਚਣਗੇ। ਅਤੇ ਬਰਾਏ ਮਿਹਰਬਾਨੀ ਤੁਸੀਂ ਆਪਣੇ ਬੱਚਿਆਂ ਦੇ ਬਾਰੇ ਗੌਰ ਕਰੋ ਕਿ ਥੋੜ੍ਹਾ ਘੱਟ ਪੜ੍ਹਾ ਲਓ, ਲੇਕਿਨ ਇਹਨਾਂ ਨੂੰ ਕੁਛ ਐਸਾ ਮੈਂਟੋਰ ਮਿਲੇ ਜਿਹੜਾ ਇਹਨਾਂ ਨੂੰ ਗਾਈਡ ਕਰੇ। ਬਹੁਤ ਸਾਰੇ ਮੈਂਟੋਰ ਹੋਣ ਦਾ ਦਾਅਵਾ ਤਾਂ ਲੋਕ ਕਰਦੇ ਨੇ, ਲੇਕਿਨ ਉਹ ਸਹੀ ਸਮਝ ਨਹੀਂ ਪਾਉਣ ਡਏ ਬੱਚਿਆਂ ਨੂੰ, ਬੱਚੀਆਂ ਨੂੰ, ਜਾਂ ਬੱਚੇ ਬੱਚੀਆਂ ਕੁਛ ਕਰ ਨਹੀਂ ਸਕਣ ਡੇ। ਬਹੁਤ ਵੱਡਾ ਮਸਲਾ ਹੈ ਇਸ ਵੇਲੇ ਸਾਡੇ ਮਾਸ਼ਰੇ ਵਿੱਚ। ਇਹ ਬੜਾ ਵੱਡਾ ਪ੍ਰੋਬਲਮ ਬਣਿਆ ਪਿਆ ਕਿ ਬੱਚੀਆਂ ਨੂੰ ਵੀ ਜੋਬ ਨਹੀਂ ਮਿਲਦੀ, ਬੱਚਿਆਂ ਨੂੰ ਵੀ ਨਹੀਂ ਮਿਲਦੀ। ਅਤੇ ਜੋਬ ਕਰੋਨਾ ਦੀ ਵਜ੍ਹਾ ਤੋਂ ਜੀ ਬਾਹਰ ਤਾਂ ਖਤਮ ਹੀ ਹੋ ਗਈਆਂ ਨਾ। ਹੁਣ ਜਿਹਨੇ ਕਰਨਾ ਔਨਲਾਈਨ ਕਰਨਾ। ਔਨਲਾਈਨ ਕਿਹੜਾ ਸਾਡਾ ਪਿਓ ਬੈਠਾ ਵਾ ਜਿਹੜਾ ਸਾਨੂੰ ਔਨਲਾਈਨ ਦੇ ਦੇਗਾ। ਉਹਨਾਂ ਨੂੰ ਸਮਝ ਹੀ ਕੋਈ ਨਹੀਂ ਆਉਂਦੀ ਔਨਲਾਈਨ ਕੀ ਕਰਨ। ਜੇ ਇੱਕ ਉਹ ਸਕਿੱਲ ਵਿਚਾਰੇ ਔਖੇ ਸੌਖੇ ਹੋ ਕੇ ਇੱਕ ਸਕਿੱਲ ਕਰ ਹੀ ਲੈਂਦੇ ਆ ਡਿਵੈਲਪ, ਫਿਰ ਉਹ ਸਕਿੱਲ ਨੂੰ ਲੈ ਕੇ ਕਿੱਥੇ ਚਲੇ ਜਾਣ। ਅੱਗੇ ਇੰਨਾ ਰਸ਼ ਹੁੰਦਾ, ਇੰਨਾ ਜ਼ਿਆਦਾ ਰਸ਼ ਕਿ ਕੋਈ ਹਿਸਾਬ ਹੀ ਨਹੀਂ ਹੈ, ਕੋਈ ਅੱਗਾ ਪਿੱਛਾ ਹੀ ਨਹੀਂ ਹੈ। ਅਤੇ ਪਲੀਜ਼ ਸੋਚੋ ਤੁਸੀਂ ਵੀ ਆਪਣੇ ਬੱਚਿਆਂ ਦੇ ਬਾਰੇ, ਕਿਉਂ ਇਹੋ ਹੀ ਤਾਂ ਸਾਡਾ ਆਉਣ ਵਾਲਾ ਪਾਕਿਸਤਾਨ ਆ, ਅਤੇ ਇਹੋ ਹੀ ਸਾਡਾ ਆਉਣ ਵਾਲਾ ਨਵਾਂ ਪਾਕਿਸਤਾਨ ਆ। ਅਤੇ ਪਲੀਜ਼ ਇਸ ਮਸਲੇ 'ਤੇ ਵੀ ਥੋੜ੍ਹਾ ਗੌਰ ਕਰੋ। ਇਹ ਬਹੁਤ ਵੱਡਾ ਮਸਲਾ ਆ। ਅਤੇ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏਗੀ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ ਅਤੇ ਖੁਸ਼ ਰਹੋ। ਅੱਲਾ ਹਾਫਿਜ਼।